Hello students, welcome to my YouTube channel The Quest for Mathematics by Toor sir. This is Dr. RPS Toor और ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਰਿਲੇਸ਼ਨ ਐਂਡ ਫੰਕਸ਼ਨਸ ਫॉर 11th ਕਲਾਸ। ਮੇਰੇ ਪ੍ਰੀਵੀਅਸ ਟੌਪਿਕਸ ਦੇ ਵਿੱਚ ਆਪਾਂ 11th ਕਲਾਸ ਦੇ ਜਿਹੜੇ ਟੌਪਿਕ ਖਤਮ ਕੀਤੇ ਸੀ ਉਹ ਸੀ ਸੈਟਸ ਔਰ ਉਹਨਾਂ ਤੋਂ ਰਿਲੇਟਡ ਜਿਹੜੇ ਵੀ ਐਗਜ਼ਾਮਪਲਸ ਔਰ ਐਕਸਰਸਾਈਜ਼ਸ ਵਗੈਰਾ ਉਹ ਆਪਾਂ ਕੀਤੀਆਂ ਸੀ। ਔਰ ਅਗਰ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਗਿਵ ਮੀ ਅ कॉल ऑन माई WhatsApp नंबर। ओके, इस चैनल दे शेयर करना, लाइक करना, सब्सक्राइब करना और बैल आइकन ते प्रेस करना ना भूलियो। जरूर प्रेस करो ताकि थानू मेरे नवे लेक्चर्स दे नोटिफिकेशंस मिलते रहन। ओके, सो लेट्स स्टार्ट विद द कार्टीजियन प्रोडक्ट्स। तो कार्टीजियन प्रोडक्ट दी जिहड़ी डेफिनेशन बनदी है ਉਹਦੇ ਲਈ ਆਪਣੇ ਕੋਲ ਦੋ ਸੈਟਸ ਹੋਣੇ ਚਾਹੀਦੇ ਨੇ ਜਿਹੜੇ ਕਿ ਨੋਨ ਐਮਪਟੀ ਹੋਣ। ਨੋਨ ਐਮਪਟੀ ਮੀਨਸ ਉਹਨਾਂ ਵਿੱਚ ਐਟ ਲੀਸਟ ਵਨ ਨੋਨ ਜ਼ੀਰੋ ਐਲੀਮੈਂਟ ਯਾਨੀ ਕਿ ਇੱਕ ਕੋਈ ਨਾ ਕੋਈ ਐਲੀਮੈਂਟ ਹੋਣਾ ਚਾਹੀਦਾ ਦੋਨੋਂ ਹੀ ਸੈਟਸ ਦੇ ਵਿੱਚ। ਠੀਕ ਹੈ, then the Cartesian product of P and Q denoted by P cross Q is the set of all ordered pairs। ordered pairs ਦਾ ਮਤਲਬ ਹੈ ਕਿ ਤਾਂ ਉਹਨਾਂ ਦਾ ਆਰਡਰ ਆਪਾਂ ਧਿਆਨ ਰੱਖਣਾ ਹੈ ਔਰ ਪੇਅਰਿੰਗ ਦਾ ਮਤਲਬ ਹੈ ਕਿ ਇੱਕ ਐਲੀਮੈਂਟ ਇਹਦਾ ਫਸਟ ਦਾ ਔਰ ਦੂਸਰਾ ਐਲੀਮੈਂਟ ਸੈਕਿੰਡ ਸੈਟ ਦਾ ਆਪਾਂ ਲੈਣਾ ਹੈ ਔਰ ਉਹਨਾਂ ਦਾ ਆਰਡਰ ਆਪਾਂ ਜ਼ਰੂਰ ਧਿਆਨ ਰੱਖਣਾ ਹੈ। ਇਹਦੇ ਵਿੱਚ ਆਰਡਰ ਜੇ ਧਿਆਨ ਨਹੀਂ ਰੱਖੋਗੇ ਤਾਂ ਦੋਨੋਂ ਹੀ ਕਾਰਟੀਜ਼ਨ ਪ੍ਰੋਡਕਟ ਦੇ ਜਿਹੜੇ ਸੈੱਟ ਬਣਨਗੇ ਉਹ ਡਿਫਰੈਂਟ ਹੋ ਜਾਣਗੇ। ਤਾਂ ਕਾਰਟੀਜ਼ਨ ਪ੍ਰੋਡਕਟ PQ is the set of all ordered pairs of elements from P and Q। In set builder form you can write it like this: P cross Q is equal to set of all ordered pairs। ਆ ਜਿਹੜੀ ਆਪਾਂ ਸਮਾਲ ਬ੍ਰੈਕਟ ਦੇ ਵਿੱਚ ਐਲੀਮੈਂਟਸ ਲਿਖੇ ਨੇ ਇਹ PQ P ਜਿਹੜਾ ਐਲੀਮੈਂਟ ਹੈ ਉਹ ਫਸਟ ਸੈਟ ਤੋਂ ਬਿਲੋਂਗ ਕਰ ਰਿਹਾ ਹੈ ਔਰ Q ਜਿਹੜਾ ਐਲੀਮੈਂਟ ਹੈ ਉਹ ਸੈਕਿੰਡ ਸੈਟ ਤੋਂ ਬਿਲੋਂਗ ਕਰਦਾ ਹੈ, ਉਹਦੀ ਫੈਮਿਲੀ ਦਾ ਜਾਂ ਉਹਦੇ ਸੈਟ ਵਿੱਚੋਂ ਆਪਾਂ ਲਿਆ। ਠੀਕ ਹੈ, ਇਹਨੂੰ ਸਮਝਣ ਦੇ ਲਈ ਕਿ ਆਪਾਂ P cross Q ਯਾਨੀ ਕਿ ਕਾਰਟੀਜ਼ਨ ਪ੍ਰੋਡਕਟਸ ਦੇ ਐਲੀਮੈਂਟਸ ਨੂੰ ਜਾਂ ਉਹ ਸੈਟ ਨੂੰ ਆਪਾਂ ਕਿਵੇਂ ਪ੍ਰਿਪੇਅਰ ਕਰ ਸਕਦੇ ਹਾਂ। ਲੈਟਸ ਹੈਵ ਐਨ ਐਗਜ਼ਾਮਪਲ ਹੇਅਰ। Consider P is a set of elements 1 and 2, okay, and Q is a set of elements 5 4 7, okay। ਤਾਂ elements ਪਹਿਲੇ ਦੇ ਵਿੱਚ ਕਿੰਨੇ ਨੇ 2 ਔਰ ਤੀਜੇ ਦੇ ਦੂਸਰੇ ਵਿੱਚ ਕਿੰਨੇ ਨੇ 3 elements। ਤਾਂ P cross Q ਆਪਾਂ ਡਿਵੈਲਪ ਕਰਨਾ ਹੈ, ਬਣਾਉਣਾ ਹੈ। so this is a set of ordered pair of elements। ਤਾਂ ਆਪਾਂ P cross Q ਕਰ ਰਹੇ ਹਾਂ ਨਾ, ਤਾਂ ਹੁਣ ਫਿਰ ਦੇਖੋ ਐਲੀਮੈਂਟਸ ਕੀ ਬਣਨਗੇ। ਪਹਿਲੇ ਆਪਾਂ ਫਸਟ ਐਲੀਮੈਂਟ ਲਓ, ਇਹਦੇ ਆਰਡਰਡ ਪੇਅਰ ਇਹਦੇ ਨਾਲ ਬਣਾ ਦਿਓ 1 5 1 4 1 7, ਰਾਈਟ। ਹੁਣ ਸੈਕਿੰਡ ਐਲੀਮੈਂਟ ਲਓ P ਦਾ ਔਰ ਸੈਕਿੰਡ ਸੈਟ ਦੇ ਐਲੀਮੈਂਟਸ ਦੇ ਨਾਲ ਆਰਡਰਡ ਪੇਅਰ ਬਣਾ ਦਿਓ ਉਹਦੇ 2 5 2 4 2 7, okay। so this is our Cartesian product। now ਐਲੀਮੈਂਟਸ ਜਰਾ ਧਿਆਨ ਨਾਲ ਦੇਖੋ। ਹੁਣ ਇਸ ਸੈਟ ਦੇ ਐਲੀਮੈਂਟਸ ਕਿੰਨੇ ਆਏ। ਆ ਜਿਹੜਾ ਇੱਕ ਆਰਡਰਡ ਪੇਅਰ ਹੈ ਉਹ ਕਾਰਟੀਜ਼ਨ ਪ੍ਰੋਡਕਟ ਦੇ ਸੈਟ ਦੇ ਵਿੱਚ ਇੱਕ ਐਲੀਮੈਂਟ ਮੰਨਿਆ ਜਾਏਗਾ, ਰਾਈਟ। ਤਾਂ ਇੱਕ ਐਲੀਮੈਂਟ ਹੈ, ਦੋ ਐਲੀਮੈਂਟ ਹੈ, ਤੀਸਰਾ, ਚੌਥਾ, ਪੰਜਵਾਂ ਔਰ ਛੇਵਾਂ। ਤਾਂ ਟੋਟਲ ਐਲੀਮੈਂਟਸ ਕਿੰਨੇ ਆਏ 6। ਬਟ ਇਹ ਡਿਪੈਂਡ ਕਿਹਦੇ ਤੇ ਕਰ ਰਿਹਾ ਹੈ, ਇਹ ਦੋਨੋਂ ਸੈਟਸ ਜਿਹੜੇ ਆਪਾਂ ਸੈਟ ਲਏ ਸੀ ਉਹਨਾਂ ਦੇ ਐਲੀਮੈਂਟਸ ਦੇ ਨੰਬਰਸ ਦੇ ਉੱਪਰ ਡਿਪੈਂਡ ਕਰ ਰਿਹਾ ਹੈ। ਯਾਨੀ ਕਿ if the number of first set is 2 है ना, 2 elements ने, और number of elements in second set is 3, then the number of P cross Q is 2 multiplied with 3, it is equal to 6। general formula is if the number of elements in first set, suppose first set is A, its elements are, number of elements are P, number of elements in the second set B, elements are Q, then their Cartesian product ਦੇ ਵਿੱਚ ਕਿੰਨੇ elements ਹੋਣਗੇ, we are multiplying these two numbers together to give the total number of elements in the Cartesian product। ਇਹ ਵੀ ਆਪਾਂ ਧਿਆਨ ਰੱਖਣਾ ਹੈ। ਠੀਕ ਹੈ, ਇਹ ਆਪਣਾ ਫਸਟ ਫੀਚਰ ਹੋ ਗਿਆ। ਸੈਕਿੰਡ, ਅਗਰ ਇਹਨਾਂ ਦੋਨਾਂ ਸੈੱਟ ਦੇ ਵਿੱਚ ਇੱਕ ਸੈੱਟ ਅਗਰ ਮੰਨ ਲਓ ਐਮਪਟੀ ਹੋਵੇ, ਨਲ ਸੈੱਟ, ਔਰ ਦੂਸਰੇ ਦੇ ਮੰਨ ਲਓ ਕੋਈ ਨਾ ਕੋਈ ਐਲੀਮੈਂਟਸ ਹੋਣ, suppose कोई भी एलिमेंट्स 2 5 7 एंड सो ऑन, जितने भी एलिमेंट्स मतलब 3 एलिमेंट्स हों, लेकिन फर्स्ट जेड़ा है वो एम्प्टी है, नल सेट है, ਤਾਂ ਫਿਰ P क्रॉस Q पता ਕੀ ਹੋਏਗਾ, ਉਹ ਵੀ एम्प्टी ਹੋਏਗਾ। ਆ ਤੁਸੀਂ ਧਿਆਨ ਰੱਖਿਓ। ਯਾਨੀ ਕਿ either of two sets
इफ आइदर ऑफ टू सेट्स आर एम्प्टी, दोनों विचों कोई भी सेट अगर एम्प्टी है, ठीक है, इफ आइदर ऑफ टू सेट्स इज एम्प्टी देन देयर कार्टेशियन प्रोडक्ट इज आल्सो एम्प्टी। नल सेट, ਉਹਦੇ ਵਿੱਚ ਵੀ ਕੋਈ ਐਲੀਮੈਂਟ ਨਹੀਂ ਆਏਗਾ। ਇਹ ਤਾਂ ਮਤਲਬ ਅੰਡਰਸਟੈਂਡਿੰਗ ਹੀ ਹੈ ਕਿ ਅਗਰ ਇੱਕ ਇਹ ਐਲੀਮੈਂਟ ਹੈ ਹੀ ਨਹੀਂ ਤਾਂ ਫਿਰ ਆਪਾਂ ਕਾਰਟੇਸ਼ੀਅਨ ਪ੍ਰੋਡਕਟ ਬਣਾਵਾਂਗੇ ਕਿ ਨਹੀਂ। ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਵੀ ਕੋਈ ਐਲੀਮੈਂਟ ਆਣਾ ਹੀ ਨਹੀਂ, ਹੈਨਾ, ਕਿਉਂਕਿ ਕਾਰਟੇਸ਼ੀਅਨ ਪ੍ਰੋਡਕਟ ਜਿਹੜੇ ਵੀ ਸੈੱਟ ਆਪਾਂ ਇਨਕਲੂਡ ਕਰ ਰਹੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਐਲੀਮੈਂਟਸ ਤੋਂ ਲੈ ਕੇ ਆਰਡਰ ਪੇਅਰ ਬਣਦਾ, ਰਾਈਟ। ਇੱਕ ਹੋਰ ਅਗਰ ਆਪਾਂ ਗੱਲ ਕਰੀਏ ਕਿ ਇਹਨਾਂ ਵਿੱਚ ਅਗਰ ਇੱਕ ਸੈੱਟ ਇਨਫਾਈਨਾਈਟ ਹੈ ਜਾਂ ਚਲੋ ਦੋਨੋਂ ਇਨਫਾਈਨਾਈਟ ਨੇ ਜਾਂ ਇੱਕ ਸੈੱਟ, if either of two sets is infinite और क्यों मान लेने हैं कि फाइनाइट है, ये भी आपको पता है फिनिट और इनफाइनाइट, यानी कि ਇਹਦੇ ਵਿੱਚ ਇਨਫਾਈਨਾਈਟ ਐਲੀਮੈਂਟਸ ਨੇ ਅਨੰਤ ਔਰ ਇਹਦੇ ਵਿੱਚ ਫਾਈਨਾਈਟ ਐਲੀਮੈਂਟਸ ਨੇ, ਤੇ ਇਹਨਾਂ ਦੀ ਜਿਹੜੀ ਕ੍ਰਾਸ ਬਣੂਗਾ ਕਾਰਟੇਸ਼ੀਅਨ ਪ੍ਰੋਡਕਟ ਬਣੂਗੀ ਉਹ ਵੀ ਇਨਫਾਈਨਾਈਟ ਸੈੱਟ ਬਣੂਗਾ, ਰਾਈਟ। ਇਹ ਗੱਲਾਂ ਵੀ ਆਪਾਂ ਯਾਦ ਰੱਖਣੀਆਂ ਨੇ, ਓਕੇ। ਸੋ ਕਾਰਟੇਸ਼ੀਅਨ ਪ੍ਰੋਡਕਟ ਹੁੰਦੀ ਕੀ ਹੈ, ਆਰਡਰ ਪੇਅਰ ਆਫ ਐਲੀਮੈਂਟਸ, ਔਰ ਆਪਾਂ ਉਹਨਾਂ ਦੇ ਵਿੱਚ ਐਲੀਮੈਂਟਸ ਨੂੰ ਕਿਵੇਂ ਲੋਕੇਟ ਕਰ ਸਕਦੇ ਹਾਂ, ਔਰ आ दो फीचर्स भी आप याद रखिए कि अगर एक एम्प्टी है तो कार्टेशियन प्रोडक्ट भी एम्प्टी होएगी, अगर एक इनफाइनाइट है तो कार्टेशियन प्रोडक्ट भी इनफाइनाइट होएगी, ओके। लेट्स हैव सम मोर एग्जांपल्स। कार्टेशियन प्रोडक्ट की मैं कुछ और एग्जांपल्स ले रहा ਉਹਦੇ ਵਿੱਚੋਂ देखो फर्स्ट एग्जांपल की है और ਉਹਦੇ ਲਈ ਆਪਾਂ ਨੂੰ ਇੱਕ ਡੈਫੀਨੇਸ਼ਨ ਦੀ ਇੱਕ ਫਾਰਮੂਲੇ ਦੀ ਲੋੜ ਪਏਗੀ ਕਿ ਦੋ ਆਰਡਰਡ ਪੇਅਰਸ ਆਫ ਐਲੀਮੈਂਟਸ ਨੇ ਉਹ ਆਪਸ ਵਿੱਚ ਕਦੋਂ ਇਕੁਅਲ ਹੋਣਗੇ, ਇਫ ਐਂਡ ਓਨਲੀ if and only means vice versa भी true होएगा, corresponding first and second elements of the ordered pairs are equal. For example, here we have two ordered pairs that are given to us to be equal, then find x and y. He is asking us to find out the value of x and y. So what you do, make equal the first element equal to the second element of the first order and second ordered pair। ਤਾਂ ਐਸ ਆਰਡਰਡ ਪੇਅਰ ਦੇ ਵਿੱਚ ਫਸਟ ਐਲੀਮੈਂਟ ਕੀ ਹੈ x+1, ਸੈਕੰਡ ਵਿੱਚ ਕੀ ਹੈ 3, ਇਹਦੇ ਵਿੱਚ ਸੈਕੰਡ ਐਲੀਮੈਂਟ ਕੀ ਹੈ y-2 ਔਰ ਇਹਦੇ ਵਿੱਚ ਕੀ ਹੈ 1। ਕਿਉਂਕਿ ਬਰਾਬਰ ਆਰਡਰਡ ਪੇਅਰ ਹੈ ਤੇ ਉਹਨਾਂ ਦੇ ਕੋਰਸਪੋਂਡਿੰਗ ਐਲੀਮੈਂਟਸ ਜਿਹੜੇ ਨੇ ਉਹ ਵੀ ਆਪਸ ਵਿੱਚ ਬਰਾਬਰ ਹੋਣਗੇ, ਤਾਂ ਉਹਨਾਂ ਨੂੰ ਕਰ ਦੋ ਫਿਰ ਬਰਾਬਰ, ਔਰ ਇੱਥੇ ਤੁਹਾਡੀ ਇੱਕ ਇਕੁਏਸ਼ਨ ਬਣ ਗਈ, ਫਾਈਂਡ ਆਊਟ ਦ ਵੈਲਿਊ ਆਫ x, ਓਕੇ। ਥਿਸ ਇਜ਼ ਯੋਰ ਆਨਸਰ। ਇੱਕ ਹੋਰ ਅੱਗੇ ਐਗਜ਼ਾਮਪਲ ਆਪਾਂ ਨੂੰ ਕਹਿ ਰਿਹਾ ਹੈ ਜਿਹਦੇ ਵਿੱਚ P set ਜਿਹੜਾ ਹੈਗਾ ਹੈ, P is a set formed of 3 elements, okay, and Q is a set having only one element. He is asking us to find out P cross Q and Q cross P. Very easy. P ਪਹਿਲੇ ਲੈ ਰਹੇ ਹਾਂ ਤਾਂ P cross Q ਦੇ ਵਿੱਚ ਇਹਦਾ ਫਸਟ ਐਲੀਮੈਂਟ ਆਪਾਂ ਲਵਾਂਗੇ ਔਰ ਇਹਦੇ ਨਾਲ ਕ੍ਰਾਸ ਆਪਾਂ ਆਰਡਰਡ ਪੇਅਰ ਬਣਾਵਾਂਗੇ AR, second with this BR और CR, ओके। फिर आप आगे कितना PQ 3 एलिमेंट्स 1 एलिमेंट्स बन गया, यस। फर्स्ट एलिमेंट ਚੱਕਿਆ ਇਹਦੇ ਨਾਲ, ਸੈਕੰਡ ਇਹਦੇ ਨਾਲ, ਥਰਡ ਇਹਦੇ ਨਾਲ। ਹੁਣ Q cross P ਕਰ ਲਓ। Q cross P ਦੇ ਵਿੱਚ ਫਰਸਟ ਐਲੀਮੈਂਟ ਇਹਦੇ ਫਰਸਟ ਐਲੀਮੈਂਟ ਦੇ ਨਾਲ ਆਰਡਰਡ ਪੇਅਰ ਬਣਾਏਗਾ RB और RC, ओके। और ये दोनों आपस में इक्वल नहीं है। इक्वल कब होंगे जब दोनों दे एलिमेंट्स और नंबर ऑफ एलिमेंट्स और एग्जैक्टली एलिमेंट्स भी सेम हो, इक्वल हो, देन द ऑर्डर पेयर PQ और Q क्रॉस P दोनों कार्टेशियन प्रोडक्ट ਜਿਹੜੀ ਹੈ ਉਹਨਾਂ ਦੇ ਵਿੱਚ ਆਰਡਰ ਪੇਅਰ ਬਿਲਕੁਲ ਸੇਮ ਰਹਿਣਗੇ ਤਾਂ ਕਾਰਟੇशियन ਪ੍ਰੋਡਕਟ ਵੀ ਸੇਮ ਰਹੇਗੀ, ਓਕੇ। ਇੱਕ ਆਪਾਂ ਹੋਰ ਐਗਜ਼ਾਮਪਲ ਲੈਣੇ ਆ ਜਿਹਦੇ ਵਿੱਚ ਤੁਹਾਡਾ ਜਿਹੜਾ ਆਪਾਂ ਪਿੱਛੇ ਸੈਟਸ ਦੇ ਯੂਨੀਅਨ ਔਰ ਇੰਟਰਸੈਕਸ਼ਨ ਕਰਕੇ ਗਏ ਆ ਉਹ ਵੀ ਉਹਦੇ ਵਿੱਚ ਇਨਕਲੂਡ ਹੋ ਸਕਦੀ ਹੈ, ਠੀਕ ਹੈ। ਉਹਦੀ ਵੀ ਨੌਲੇਜ ਕੁਝ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਐਗਜ਼ਾਮਪਲ ਦੇ ਵਿੱਚ ਆਪਾਂ ਨੂੰ ਉਹ ਕਹਿ ਰਿਹਾ ਹੈ 3 ਸੈਟਸ ਉਹਨਾਂ ਨੇ ਆਪਾਂ ਨੂੰ ਦਿੱਤੇ ਨੇ, ਠੀਕ ਹੈ। ਪਹਿਲੇ ਦੇ ਵਿੱਚ 3 ਐਲੀਮੈਂਟਸ ਨੇ, ਦੂਸਰੇ ਵਿੱਚ 2 ਔਰ ਤੀਸਰੇ ਵਿੱਚ 3। ਉਹਨੂੰ ਕਹਿ ਰਿਹਾ ਹੈ ਕਿ ਤੁਸੀਂ ਆ ਕਾਰਟੇशियन ਪ੍ਰੋਡਕਟ ਕੱਢੋ। ਪਹਿਲੇ ਪਾਰਟ ਵਿੱਚ ਕੀ ਹੈ, ਕਾਰਟੇशियन ਪ੍ਰੋਡਕਟ ਆਫ A with intersection of B and C। second which है Cartesian product of A and B, A and C, then their intersection। fourth which है then their union। और ਇੱਥੇ ਹੈਗਾ ਹੈ ਕਿ ਪਹਿਲੇ B और C ਦਾ union ਕੱਢੋ, ਫਿਰ ਉਹਦੇ ਨਾਲ Cartesian product ਕਰੋ, A B Cartesian product ਉਹਦੇ ਨਾਲ ਕਰੋ।
ਤਾਂ ਆਪਾਂ ਸਭ ਤੋਂ ਪਹਿਲਾਂ ਦੇਖੋ ਫਸਟ ਇਹਦੇ ਵਿੱਚ ਕਰਦੇ ਆ, ਔਰ ਫਸਟ ਵਿੱਚ ਆਪਾਂ ਨੂੰ ਜੋ ਜ਼ਰੂਰਤ ਹੈ ਉਹ ਲੈ ਲੈਣੇ ਆ। ਤੇ ਫਸਟ ਪਾਰਟ ਦੇ ਵਿੱਚ ਆਪਾਂ ਨੂੰ ਇੰਟਰਸੈਕਸ਼ਨ ਦੀ ਜ਼ਰੂਰਤ ਹੈ, B ਔਰ C। ਇੰਟਰਸੈਕਸ਼ਨ ਦਾ ਮਤਲਬ ਕੀ ਹੁੰਦਾ ਹੈ? ਕਾਮਨ ਐਲੀਮੈਂਟ, ਓਕੇ, ਆਫ ਦ ਟੂ ਸੈਟਸ। ਹੇਅਰ ਵੀ ਹੈਵ 4 is the common one from B and C. Now calculate the Cartesian product of B intersection C with A. Okay, ਹੁਣ A ਦੇ ਐਲੀਮੈਂਟਸ ਨੇ 1 2 3 ਔਰ B intersection C ਦੇ ਨੇ 4, only 4, one element। ਤਾਂ ਇਹਦੀ ਆਪਾਂ ਇਹਦੀ ਕਾਰਟੇਸੀਅਨ ਪ੍ਰੋਡਕਟ ਕੱਢਾਂਗੇ 1 4 2 4 ਔਰ 3 4। ਓਕੇ, ਤਿੰਨ ਹੀ ਐਲੀਮੈਂਟਸ ਆਣਗੇ। ਇਹ ਆ ਗਿਆ ਫਸਟ ਦਾ ਆਨਸਰ। ਸੈਕਿੰਡ ਦਾ ਆਨਸਰ ਕੱਢਣ ਦੇ ਲਈ ਆਪਾਂ ਨੂੰ ਪਹਿਲੇ A cross B ਕਰਨਾ ਪਏਗਾ, A cross C ਕਰਨਾ ਪਏਗਾ, ਯਾਨੀ ਕਿ ਕਾਰਟੇਸੀਅਨ ਪ੍ਰੋਡਕਟ ਆਫ A and B। ਸੀ ਸੈਕਿੰਡ ਪਾਰਟ ਦੇ ਵਿੱਚ ਆਪਾਂ ਨੂੰ A ਔਰ B ਦੀ ਕਾਰਟੇਸੀਅਨ ਪ੍ਰੋਡਕਟ ਚਾਹੀਦੀ ਹੈ। A ਦੇ ਵਿੱਚ 3 ਐਲੀਮੈਂਟਸ ਨੇ, B ਦੇ ਵਿੱਚ 2 ਨੇ। ਇਹਨਾਂ ਦੋਨਾਂ ਦੀ ਆਪਾਂ ਜੋ ਐਲੀਮੈਂਟਸ ਕੱਢਾਂਗੇ ਤਾਂ ਆਪਣੇ ਕੋਲ 6 ਐਲੀਮੈਂਟਸ ਆਣਗੇ। ਤਾਂ ਫਸਟ ਨੂੰ ਲਵਾਂਗੇ ਆਪਾਂ 1 ordered pair with 3, 1 ordered pair with 4, then 2 with 3, 2 with 4, then 3 with 3, 3 with 4। okay, total elements are 6। ਤਾਂ A cross B ਹੋ ਗਿਆ। ਹੁਣ A cross C ਕੱਢ ਲੈਣੇ ਆ। A ਦੇ ਵਿੱਚ ਐਲੀਮੈਂਟਸ ਨੇ 3, C ਦੇ ਵਿੱਚ ਵੀ 3 ਨੇ, ਤਾਂ 9 ਐਲੀਮੈਂਟਸ ਆਪਣੇ ਕੋਲ ਟੋਟਲ ਆਣਗੇ। 1 with 4, 1 with 5, 1 with 6 ordered pair, 1 4, 1 5, 1 6। Similarly 2 4, 2 5, 2 6, and again 3 4, 3 5, 3 6। are total 9 elements आए in the Cartesian product of A and C। Now take their intersection and union। चलो मैं intersection वाला कर देना second part। ਤੇ ਇਹਨਾਂ ਦੇ ਇੰਟਰਸੈਕਸ਼ਨ ਦਾ ਮਤਲਬ ਹੈ ਆ ਜਿਹੜੇ ਦੋਨੋਂ ਸੈੱਟ ਆਏ ਉਹਦੇ ਵਿੱਚ ਤੁਹਾਡੇ ਕੋਲ ਕਾਮਨ ਕਿਹੜਾ ਐਲੀਮੈਂਟ ਆਉਂਦਾ ਹੈ। ਠੀਕ ਹੈ, ਇੱਕ ਆਰਡਰਡ ਪੇਅਰ ਜਿਹੜਾ ਹੈ ਉਹ ਇੱਕ ਐਲੀਮੈਂਟ ਬਣਿਆ ਜਾਏਗਾ। ਹੁਣ ਦੇਖੋ 1 3 ਇਹਦੇ ਵਿੱਚ ਨਹੀਂ ਹੈਗਾ, 1 4 ਕਾਮਨ ਹੈਗਾ, 2 3 ਵੀ ਨਹੀਂ ਹੈਗਾ, 2 4 ਹੈਗਾ। ठीक है, 3 3 भी नहीं हैगा और 3 4 हैगा। तो कॉमन एलिमेंट्स केड़े आए फिर अपने कोल? फर्स्ट एलिमेंट, सेकंड एलिमेंट, थर्ड एलिमेंट। दिस इज द इंटरसेक्शन। और यूनियन किवें करांगे? फोर्थ पार्ट। यूनियन करन दे लई तुसी आ सारे एलिमेंट्स कंबाइन कर दो। हां, जेडे रिपीट हो रहे ने उन्हां नु केवल एक बारी लवो बस। दैट इज द यूनियन ऑफ दिस प्रोडक्ट। है ना, आप पिछले वाले सेट्स चैप्टर विच आप सीख ही आए हैं। So this is your Cartesian product of two sets। ਉਹਨਾਂ ਵਿੱਚ ਨੰਬਰ ਕਿੰਨੇ ਹੁੰਦੇ ਨੇ, ਕਿੰਨੇ ਨੰਬਰ ਆਫ ਐਲੀਮੈਂਟਸ ਉਹਨਾਂ ਵਿੱਚ ਆਉਂਦੇ ਨੇ। ਤੇ ਇੱਕ ਆਪਣੇ ਕੋਲ ਇੱਕ ਕੁਐਸਚਨ ਆਪਾਂ ਹੋਰ ਕਰ ਸਕਦੇ ਹਾਂ ਇਹਦੇ ਵਿੱਚ ਆਰਡਰ ਟ੍ਰਿਪਲੇਟ ਦਾ, ਜਿਹਦੇ ਵਿੱਚ ਸੇਮ ਸੈਟ ਆਪਾਂ ਲੈ ਰਹੇ ਹਾਂ ਔਰ ਟ੍ਰਿਪਲੇਟ ਦਾ ਮਤਲਬ ਹੈ 3 ਐਲੀਮੈਂਟਸ ਉਹਦੇ ਵਿੱਚ ਹੋਣਗੇ। 3 ਡਾਈਮੈਂਸ਼ਨਲ, ਯਾਨੀ ਕਿ ਆਪਾਂ ਜਦੋਂ ਆਪਾਂ ਜਿਓਮੈਟਰੀ ਕਰਾਂਗੇ ਤਾਂ 3 ਡਾਈਮੈਂਸ਼ਨਲ ਕੋਆਰਡੀਨੇਟਸ ਆਪਾਂ ਲੈ ਰਹੇ ਹਾਂ। ਇਹਦਾ ਮਤਲਬ ਕਹਿੰਦਾ ਹੁਣ ਜਿਹੜਾ ਆਪਾਂ ਕਾਰਟੇਸੀਅਨ ਪ੍ਰੋਡਕਟ ਲੈ ਰਹੇ ਹਾਂ ਉਹਦੇ ਵਿੱਚ ਆਪਾਂ 2 ਐਲੀਮੈਂਟਸ ਲੈ ਰਹੇ ਹਾਂ ਨਾ। ਸੋ ਆਪਾਂ ਕੰਮ ਕਰ ਰਹੇ ਹਾਂ ਪਲੇਨ ਦੇ ਵਿੱਚ। ਟ੍ਰਿਪਲੇਟ ਦਾ ਮਤਲਬ ਹੋਏਗਾ ਆਪਾਂ ਕੰਮ ਕਰਾਂਗੇ ਸਪੇਸ ਦੇ ਵਿੱਚ। ਸਹੀ, ਲੈਟਸ ਹੈਵ ਵੈਰੀ ਈਜ਼ੀ ਐਗਜ਼ਾਮਪਲ ਫॉर द ਆਰਡਰ ਟ੍ਰਿਪਲੇਟ। ਆਰਡਰ ਟ੍ਰਿਪਲੇਟ ਦੇ ਵਿੱਚ ਦੇਖੋ ਆਪਣੇ ਕੋਲ ਕੀ ਡੈਫੀਨੇਸ਼ਨ ਬਣਦੀ ਹੈ। ਸਪੋਜ਼ ਵੀ ਹੈਵ ਅ ਸੈਟ A ਹੈਵਿੰਗ 3 ਐਲੀਮੈਂਟਸ x y z। ਤਾਂ ਆਰਡਰ ਟ੍ਰਿਪਲੇਟ ਕੀ ਬਣੇਗਾ? ਦੇਖੋ ਇੱਕ ਹੀ ਸੈਟ ਦੇ ਵਿੱਚ 3 ਡਿਫਰੈਂਟ ਐਲੀਮੈਂਟਸ ਵੀ ਹੋ ਸਕਦੇ ਨੇ। ਠੀਕ ਹੈ, ਤਾਂ ਆਪਾਂ A cross A ਆਰਡਰ ਟ੍ਰਿਪਲੇਟ बना रहे हैं। we have order triplet as x y z और तीनों ਦੇ तीनों एलिमेंट्स ਜਿਹੜੇ ਨੇ ਉਹ ਸੇਮ ਸੈਟ ਤੋਂ ਬਿਲੋਂਗ ਕਰਦੇ ਨੇ। और ਦੀ ਡੈਫੀਨੇਸ਼ਨ ਮੈਂ ਇੱਥੇ ਤੁਹਾਨੂੰ ਦੱਸਤੀ ਹੈ। ਮਤਲਬ ਮੈਂ ਇੱਕ ਐਗਜ਼ਾਮਪਲ ਲੈ ਰਿਹਾ। suppose we have a set P having 2 elements, find P cross P cross P। ਦੇਖੋ ਕੀ ਬਣੇਗਾ। P cross P ਕਰਨ ਤੋਂ ਪਹਿਲਾਂ ਆਪਾਂ ਪਹਿਲੇ ਆਰਡਰਡ ਪੇਅਰ ਬਣਾ ਲੈਂਦੇ ਆ। ਆਰਡਰਡ ਪੇਅਰ ਦਾ ਮਤਲਬ ਕੀ ਹੈ? ਸੇਮ ਸੈਟ ਨੂੰ ਸੇਮ ਸੈਟ ਦੇ ਨਾਲ ਆਪਾਂ ਆਰਡਰਡ ਪੇਅਰ ਬਣਾਉਣਾ ਹੈ। ਤਾਂ ਕੀ ਕਰਾਂਗੇ? 1 1 1 2 ਫਿਰ 2 1 2 2। ਠੀਕ ਹੈ, ਯਾਨੀ ਕਿ ਸੇਮ ਸੈਟ 2 ਵਾਰ ਲੈ ਲਿਆ। ਐਲੀਮੈਂਟ ਕਿੰਨੇ ਆ ਗਏ? 4। ਹੁਣ ਆਪਾਂ ਜੋ P cross P ਸੈਟ ਆਇਆ ਉਹਨੂੰ ਆਪਾਂ ਤੀਸਰੇ ਦੇ ਨਾਲ ਟ੍ਰਿਪਲੇਟ ਕਰਨਾ ਸ਼ੁਰੂ ਕਰ ਦਿੰਦੇ ਆ। ਯਾਨੀ ਕਿ ਤੀਸਰਾ ਵੀ ਆਪਾਂ ਆਹੀ ਲਵਾਂਗੇ ਔਰ ਦੂਸਰਾ ਕਿਹੜਾ ਲਵਾਂਗੇ? ਆ। ਠੀਕ ਹੈ, ਤਾਂ P cross P ਆਇਆ ਔਰ ਇਹਨੂੰ ਆਪਾਂ ਇਹਦੇ ਨਾਲ ਹੁਣ ਆਰਡਰਡ ਪੇਅਰ ਕਰਾਂਗੇ। ਤਾਂ ਪਹਿਲੇ ਇਹਦਾ ਆ ਐਲੀਮੈਂਟ ਚੱਕੋ ਇਹਦੇ ਨਾਲ, ਤਾਂ 1 1 1। ਫਿਰ ਆਹੀ ਐਲੀਮੈਂਟ ਇਹਦੇ ਨਾਲ 1 1 2। ਓਕੇ, ਫਿਰ ਆ ਐਲੀਮੈਂਟ
ਇਹਦੇ ਨਾਲ ordered pair. Now we will say ordered triplet. Okay, so 1 2 1 ਆ element ਇਹਦੇ ਨਾਲ, ਹੁਣ ਆ ਇਹਦੇ ਨਾਲ 1 2 2. Okay, now third element 2 1 1 2 1 2. Now the fourth element with first one 2 2 1 2 2 2. ਹੁਣ ਐਲੀਮੈਂਟਸ ਗਿਣੋ ਕਿੰਨੇ ਆਣਗੇ ਇਹਦੇ ਵਿੱਚ 1 2 3 4 5 6 7 8 ਤਾਂ 8 ਐਲੀਮੈਂਟਸ ਆ ਗਏ। ਇਹਦੇ ਵਿੱਚ ਕਿੰਨੇ ਸੀ 4, ਇਹਦੇ ਵਿੱਚ ਕਿੰਨੇ ਸੀ 2, ਤਾਂ ਟੋਟਲ 8 ਐਲੀਮੈਂਟਸ ਆਪਣੇ ਕੋਲ ਆ ਗਏ। ਦਿਸ ਇਜ਼ ਵਾਟ ਵੀ ਕਾਲਡ ਐਜ਼ ਆਰਡਰਡ ਟ੍ਰਿਪਲੇਟ। ਇਸ ਤਰ੍ਹਾਂ ਆਪਾਂ ਬਣਾਉਣਾ ਹੈ ਆਰਡਰਡ ਟ੍ਰਿਪਲੇਟ। ਓਕੇ, ਤਿੰਨ ਵਿੱਚੋਂ ਪਹਿਲੇ 2 ਲੈ ਲਓ, ਫਿਰ ਜੋ ਆਨਸਰ ਆਇਆ ਉਹਨੂੰ ਫਿਰ ਦੁਬਾਰਾ ਆਰਡਰਡ ਟ੍ਰਿਪਲੇਟ ਬਣਾ ਲਓ ਉਹਨੂੰ, ਠੀਕ ਹੈ, ਉਹਦੇ ਨਾਲ ਆਪਰੇਟ ਕਰ ਲਓ। ਜਿਵੇਂ ਆ ਆਨਸਰ ਆਇਆ ਇਹਨੂੰ ਫਿਰ ਦੁਬਾਰਾ ਫਸਟ ਨਾਲ ਆਪਰੇਟ ਕਰਕੇ ਆਪਾਂ ਇੱਕ ਆਰਡਰਡ ਟ੍ਰਿਪਲੇਟ ਬਣਾ ਸਕਦੇ ਹਾਂ। ਨਾਓ ਲੈਟਸ ਸਟਾਰਟ ਵਿਦ ਰਿਲੇਸ਼ਨਸ ਐਂਡ ਫੰਕਸ਼ਨਸ। ਓਕੇ, ਔਰ ਉਹਦੇ ਵਿੱਚ ਆਪਾਂ ਰਿਲੇਸ਼ਨਸ ਟੌਪਿਕ ਨੂੰ ਸ਼ੁਰੂ ਕਰਦੇ ਹਾਂ ਕਿ ਕਿਸੇ ਦੋ ਸੈੱਟ ਦਾ ਜਾਂ ਆਪਾਂ ਜੋ ਸਬਸੈਟ ਲੈਨੇ ਆ ਉਹ ਆਰਡਰਡ ਪੇਅਰ ਵਿੱਚੋਂ ਹੀ ਲੈਨੇ ਆ। ਤਾਂ ਹੀ ਮੈਂ ਤੁਹਾਨੂੰ ਆ ਟੌਪਿਕ ਕਰਵਾਇਆ ਤਾਂ ਕਿ ਤੁਹਾਨੂੰ ਇਹਦਾ ਯੂਜ਼ੇਸ ਜੋ ਹੈ ਉਹ ਰਿਲੇਸ਼ਨਸ ਵਿੱਚ ਆਪਾਂ ਨੂੰ ਸਮਝ ਆ ਜਾਏ। ਸੋ ਲੈਟਸ ਸਟਾਰਟ ਵਿਦ ਟੌਪਿਕ ਰਿਲੇਸ਼ਨ। ਓਕੇ, ਕਲਾਸ ਰਿਲੇਸ਼ਨ ਜੋ ਆਪਾਂ ਹੁਣੇ ਜਿਵੇਂ ਕਾਰਟੇਸੀਅਨ ਪ੍ਰੋਡਕਟ ਦਾ ਟੌਪਿਕ ਜਿਵੇਂ ਆਪਾਂ ਕੀਤਾ ਹੈ, ਵਾਸਤਵ ਵਿੱਚ ਆਪਾਂ ਉਹ ਜਿਹੜਾ ਆਰਡਰਡ ਪੇਅਰ ਬਣਾਇਆ ਸੀਗਾ ਉਹ ਇੱਕ ਰਿਲੇਸ਼ਨ ਹੀ ਹੈ, ਠੀਕ ਹੈ। ਲੇਕਿਨ ਫਾਰਮਲੀ ਡੈਫੀਨੇਸ਼ਨ ਕੀ ਬਣਦੀ ਹੈ ਉਹਦੀ? a relation R from a non-empty set A to a non-empty set B, यानी कि दोनों ही सेट non-empty होने चाहिए ने, जो कि कार्टेशियन प्रोडक्ट ਵਿੱਚ ਵੀ सेम ਸੀगा, ठीक है, is a subset of कार्टेशियन प्रोडक्ट A cross B। यानी कि जो कार्टेशियन प्रोडक्ट ਆਪਾਂ ਬਣਾਈ ਸੀ ਉਹਦੇ ਵਿੱਚ ਜੋ ਆਰਡਰਡ ਪੇਅਰਸ ਐਲੀਮੈਂਟਸ ਆਪਣੇ ਕੋਲ ਆਏ ਸੀ ਉਹਦੇ ਵਿੱਚੋਂ ਕੁਝ ਐਲੀਮੈਂਟਸ ਆਪਾਂ ਲੈ ਲਏ, ਇੱਕ ਸਬਸੈਟ ਬਣਾਤਾ, ਉਸ ਸਬਸੈਟ ਦਾ ਨਾਂ ਕੀ ਰੱਖਤਾ ਆਪਾਂ? ਰਿਲੇਸ਼ਨ, ठीक है, is a subset of Cartesian product A cross B। यानी कि वो सारे दे सारे Cartesian product जो है वो भी अपने आप में एक रिलेशन ही है, क्योंकि every set is a subset of itself। ओके, तो Cartesian product की देखो डेफिनेशन भी सेम है। So R, we are denoting the relation with the letter capital letter R, having this ordered pair of elements. First element belong to first set, second element belong to second set। Now we have two definitions। ਇਹ ਡੈਫੀਨੇਸ਼ਨਸ ਬਹੁਤ ਇੰਪੋਰਟੈਂਟ ਨੇ ਕਿਉਂਕਿ ਇਹ ਤੁਹਾਨੂੰ ਕੁਐਸਚਨਸ ਵੀ ਆਉਂਦੇ ਨੇ ਕਿ ਭਾਈ ਤੁਸੀਂ ਡੋਮੇਨ ਵੀ ਕੱਢੋ ਤੇ ਰੇਂਜ ਵੀ ਕੱਢੋ ਤੇ ਕੋ ਡੋਮੇਨ ਵੀ ਦੱਸੋ ਕੀ ਹੁੰਦੀ ਹੈ। ਤਾਂ ਫਿਰ ਉਹ ਹੁੰਦੀ ਕੀ ਹੈ? ਜਿਹੜੇ ਕਾਰਟੇਸੀਅਨ ਪ੍ਰੋਡਕਟ ਦੇ ਵਿੱਚ ਆਪਾਂ ਆਰਡਰਡ ਸੈਟ ਆਫ ਐਲੀਮੈਂਟਸ ਬਣਾਏ ਨੇ ਉਹਦੇ ਵਿੱਚ ਸਾਰੇ ਜਿਹੜੇ ਫਸਟ ਐਲੀਮੈਂਟਸ ਨੇ, ਫਸਟ ਐਲੀਮੈਂਟਸ ਜੋ A ਤੋਂ ਬਿਲੋਂਗ ਕਰਦੇ ਨੇ, ओके, क्योंकि रिलेशन अपना कितों कितों तक है? R is a relation from A to B। ਤਾਂ ਜੋ ਫਸਟ ਸੈਟ ਹੈ ਉਹਦੇ ਜਿਹੜੇ ਐਲੀਮੈਂਟਸ ਨੇ ਉਹਨਾਂ ਨੂੰ ਆਪਾਂ ਆਖਦੇ ਹਾਂ ਡੋਮੇਨ ਆਫ ਦਾ ਰਿਲੇਸ਼ਨ। ਓਕੇ, the key definition ਹੈ set of all first elements of ordered pairs in R from A to B is called domain of the relation R। ਹੁਣ ਰੇਂਜ ਕੀ ਹੁੰਦੀ ਹੈ? ਜਦੋਂ ਆਪਾਂ ਡੋਮੇਨ ਲੈਨੇ ਆ, ਯਾਨੀ ਕਿ ਫਸਟ ਐਲੀਮੈਂਟ ਅਗਰ ਆਪਾਂ ਲਿਆ ਉਹਦੇ ਕੋਰਸਪੋਂਡਿੰਗਲੀ ਸੈਕਿੰਡ ਐਲੀਮੈਂਟ ਕਿਹੜਾ ਲਿਆ ਜਾਂ ਕਿਹੜਾ ਆਇਆ, ਉਹ ਆਪਾਂ ਜਦੋਂ ਫੰਕਸ਼ਨਸ ਕਰਾਂਗੇ ਫਿਰ ਆਪਾਂ ਨੂੰ ਜ਼ਿਆਦਾ ਸਮਝ ਆਏਗਾ। ਰਿਲੇਸ਼ਨਸ ਤੋਂ ਬਾਅਦ ਫੰਕਸ਼ਨਸ ਵੀ ਆਣਗੇ, ਡੋਮੇਨ ਆਪਾਂ ਫੰਕਸ਼ਨ ਕਰਾਂਗੇ ਤਾਂ ਇੱਕ ਆਪਣਾ ਆਨਸਰ ਜੋ ਆਏਗਾ that will be the answer belongs to our range set। ਓਕੇ, ਨਾਓ ਇੱਥੇ ਮੈਂ ਤੁਹਾਨੂੰ ਕੀ ਦੱਸ ਰਿਹਾ ਕਿ ਆਰਡਰਡ ਪੇਅਰ ਦੇ ਵਿੱਚ ਜੋ ਆਪਾਂ ਫਸਟ ਐਲੀਮੈਂਟ ਲੈਨੇ ਆ ਉਹਦਾ ਡੋਮੇਨ ਹੋ ਗਈ, ਔਰ ਉਹਦੇ ਤੋਂ ਰਿਲੇਟਡ ਜੋ ਆਪਾਂ ਸੈਕਿੰਡ ਸੈਟ ਵਿੱਚੋਂ ਲੈਨੇ ਹਾਂ ਉਹ ਜਿਹੜਾ ਐਲੀਮੈਂਟ ਹੈ set of all second elements of ordered pair in R from A to B is called the range of the relation R। ओके, ਇਹਦਾ ਮਤਲਬ ਜਿਹੜਾ ਫਸਟ ਆਰਡਰਡ ਪੇਅਰ ਹੈ ਉਹ ਡੋਮੇਨ ਹੈ, ਸੈਕਿੰਡ ਜਿਹੜਾ ਐਲੀਮੈਂਟ ਹੈ ਉਹ ਆਪਣੇ ਕੋਲ ਰੇਂਜ ਹੈ। ਹੁਣ ਦੇਖੋ ਆਪਾਂ ਇਹਨਾਂ ਵਿੱਚ ਕੀ ਕਰ ਰਹੇ ਹਾਂ ਕਿ ਇਹਨਾਂ ਵਿੱਚ ਆਪਾਂ ਇੱਕ ਤਾਂ ਫਸਟ ਸੈਟ ਲੈ ਰਹੇ ਹਾਂ, ਇੱਕ ਸੈਕਿੰਡ ਸੈਟ ਲੈ ਰਹੇ ਹਾਂ। ਹੁਣ ਸੈਕਿੰਡ ਸੈਟ ਦੇ ਜਿਹੜੇ ਐਲੀਮੈਂਟਸ ਹੋਣਗੇ ਧਿਆਨ ਨਾਲ ਸਮਝੋ, ਜੋ ਸੈਕਿੰਡ ਸੈਟ ਦੇ ਐਲੀਮੈਂਟਸ ਹੋਣਗੇ ਉਹ ਫਸਟ ਸੈਟ ਦੇ ਐਲੀਮੈਂਟਸ ਦੀ ਸਾਰੇ ਦੇ ਸਾਰੇ ਰੇਂਜ ਨਹੀਂ ਹੋਣਗੇ, ਕੁਝ ਨਾ ਕੁਝ ਐਜੇ ਐਲੀਮੈਂਟਸ ਬਚਣਗੇ ਜੋ ਕਿਸੇ ਵੀ ਐਲੀਮੈਂਟ ਦੀ ਰੇਂਜ ਨਹੀਂ ਹੋਣਗੇ, ਲੇਕਿਨ ਐਲੀਮੈਂਟਸ ਤਾਂ ਉਹ B ਵਿੱਚ ਹੋਣਗੇ ਹੀ ਹੋਣਗੇ, ਹਨਾ। ਯਾਨੀ ਕਿ ਰੇਂਜ ਦੇ ਸੈਟ ਨਾਲੋਂ ਜਿਹੜਾ ਸੈਟ B ਹੈ ਉਹਦੇ ਐਲੀਮੈਂਟਸ ਜ਼ਿਆਦਾ ਹੋਣਗੇ, ਕਿਉਂਕਿ ਰੇਂਜ ਕੁਝ ਇੱਕ ਐਲੀਮੈਂਟਸ ਦੀ ਹੀ ਰੇਂਜ ਹੈ, ਹਨਾ। ਇਹ ਆਪਾਂ ਜਦੋਂ ਐਗਜ਼ਾਮਪਲ ਕਰਾਂਗੇ ਨਾ ਫਿਰ ਤੁਹਾਨੂੰ ਜ਼ਿਆਦਾ ਸਮਝ ਆਏਗਾ। ਇਹਦਾ ਮਤਲਬ ਜੋ ਥਰਡ ਡੈਫੀਨੇਸ਼ਨ ਆਪਾਂ ਨੂੰ ਕਹਿੰਦੀ ਹੈ ਕਿ ਸਾਰੇ ਦਾ ਸਾਰਾ ਸੈਟ ਜਿਹੜਾ B ਹੈ ਉਹਦੇ ਜਿਹੜੇ ਸਾਰੇ ਦੇ ਸਾਰੇ ਐਲੀਮੈਂਟਸ ਨੇ ਉਹਨਾਂ ਨੂੰ ਆਪਾਂ ਕੋ ਡੋਮੇਨ ਆਖਦੇ ਹਾਂ, ਯਾਨੀ ਕਿ ਸਾਰੇ ਦੇ ਸਾਰੇ ਸੈਟ ਨੂੰ B ਸੈਟ ਨੂੰ ਆਪਾਂ ਕੋ ਡੋਮੇਨ ਕਹਿੰਦੇ ਆ, ਔਰ A ਸੈਟ ਦੇ ਐਲੀਮੈਂਟਸ ਨੂੰ ਆਪਾਂ ਕੀ ਕਹਿੰਦੇ ਆ? ਡੋਮੇਨ।
ਔਰ ਪੂਰੇ ਦੇ ਪੂਰੇ B ਸੈੱਟ ਨੂੰ ਕੀ ਕਹਿੰਦੇ ਆ ਕੋਡੋਮੇਨ। ਔਰ ਡੋਮੇਨ ਦੇ ਜਿਹੜੇ ਆਪਾਂ ਐਲੀਮੈਂਟਸ ਲੈ ਰਹੇ ਆ ਉਹਨਾਂ ਨਾਲ ਆਰਡਰ ਪੇਅਰ ਬਣਾ ਰਹੇ ਆ। ਸੈਕਿੰਡ ਜੋ ਐਲੀਮੈਂਟਸ ਨੇ ਉਹਨਾਂ ਨੂੰ ਆਪਾਂ ਰੇਂਜ ਕਹਿੰਦੇ ਆ। ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, ਉਹ ਕਹਿੰਦਾ ਇੱਕ ਸੈੱਟ A ਹੈ, ਉਹਦੇ ਵਿੱਚ ਐਲੀਮੈਂਟਸ ਨੇ 1 to 6 और आपका एक रिलेशन बनाना है, डिफाइन अ रिलेशन फ्रॉम A to itself। मतलब जेड़ा डोमेन सेट लेना है वो भी तुसी A लेना है ते जेड़ा तुसी कोडोमेन लेना है वो भी A लेना है, ठीक है। यानी कि आपका एलिमेंट्स X दे एलिमेंट्स भी इत्थों लेने हैं ते जेड़ा सेकंड ऑर्डर पेयर बनाना है, सेकंड जेड़ा उहदे एलिमेंट है Y वाले वो भी A दे एलिमेंट्स ही होने चाहिए ने, A तो बाहर के एलिमेंट्स नहीं होने चाहिए, ओके। ਤਾਂ ਕਹਿੰਦਾ ਫਾਰਮ ਐਨ ਐਰੋ ਡਾਇਗਰਾਮ। ਐਰੋ ਡਾਇਗਰਾਮ ਹੁੰਦਾ ਹੈ ਜੋ ਰਿਲੇਸ਼ਨ ਨੂੰ ਡਿਪਿਕਟ ਕਰਦਾ ਹੈ ਗ੍ਰਾਫਿਕਲੀ, ਉਹ ਮੈਂ ਤੁਹਾਨੂੰ ਦੱਸਾਂਗਾ ਹੁਣੇ। ਤੇ ਨਾਲੇ ਫਿਰ ਆਪਾਂ ਡੋਮੇਨ ਰੇਂਜ ਤੇ ਕੋਡੋਮੇਨ ਦੀ ਦੱਸਣੀ ਹੈ। ਚਲੋ ਹੁਣ ਆਪਾਂ A ਦੇ ਐਲੀਮੈਂਟਸ ਲੈਣੇ ਆ ਔਰ ਆ ਆਰਡਰਡ ਪੇਅਰ ਆਫ ਰਿਲੇਸ਼ਨ ਆਪਾਂ ਡਿਵੈਲਪ ਕਰਦੇ ਆ ਕਿ ਇਸ ਰਿਲੇਸ਼ਨ ਦੇ ਵਿੱਚ ਆਪਣੇ ਕੋਲ ਕਿਹੜੇ ਐਲੀਮੈਂਟਸ ਆ ਜਾਣਗੇ। ਅੱਛਾ, ਤੇ ਜਿਹੜੇ ਆਪਾਂ x ਲੈ ਰਹੇ ਆ ਉਹ ਆਪਾਂ ਇੱਥੋਂ ਹੀ ਚੂਜ਼ ਕਰਨੇ ਆ। x ਦਾ ਮਤਲਬ ਹੈ ਪਹਿਲੀ ਵੈਲਿਊ ਭਰੋ x ਦੀ, ਲੇਕਿਨ ਉਹ ਸੈਟੀਸਫਾਈ ਕਿਹੜੀ ਇਕੁਏਸ਼ਨ ਨੂੰ ਕਰਨਾ ਚਾਹੀਦਾ ਹੈ, ਆਹ ਵਾਲੀ ਇਕੁਏਸ਼ਨ ਨੂੰ ਸੈਟੀਸਫਾਈ ਕਰਨਾ ਚਾਹੀਦਾ ਹੈ, ਠੀਕ ਹੈ। ਤੁਸੀਂ ਰਫ ਵਰਕ ਦੇ ਵਿੱਚ ਆ ਨਾਲ ਚੈੱਕ ਵੀ ਕਰਦੇ ਰਹੋ। ਤੇ y x + 1 ਹੈ ਤੇ ਮੈਂ x1 ਲੈ ਰਿਹਾ ਤੇ y ਦੀ ਵੈਲਿਊ ਕਿੰਨੀ ਆ ਜਾਏਗੀ 2, ਕਿਉਂਕਿ ਇੱਥੇ ਮੈਂ 1 ਭਰ ਰਿਹਾ। ਤਾਂ ਫਸਟ ਆਰਡਰ ਪੇਅਰ ਮੇਰੇ ਕੋਲ ਕੀ ਆ ਗਿਆ 1 2, ਠੀਕ ਹੈ। ਹੁਣ x ਮੈਂ 2 ਭਰਾਂਗਾ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ 3, x 3 ਭਰਾਂਗਾ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ 4। ਇੱਥੇ ਭਰ ਰਿਹਾ ਨਾ ਇਸ ਇਕੁਏਸ਼ਨ ਦੇ ਵਿੱਚ ਜਿੰਨੀ x ਦੀ ਵੈਲਿਊ ਹੈ y ਦੀ ਇੱਕ ਵੱਧ ਹੈ ਉਹਦੇ ਨਾਲ, ਤਾਂ x 4 ਭਰਾਂਗਾ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ 5, x 5 ਭਰਾਂਗਾ ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ 6, ਠੀਕ ਹੈ। ਔਰ ਆ ਦੋਨੋਂ ਐਲੀਮੈਂਟਸ ਉਹਦੇ ਵਿੱਚ ਹੀ ਰਹਿਣੇ ਚਾਹੀਦੇ ਨੇ, ਰਾਈਟ। 6 ਦੀ ਜਿਹੜੀ ਹੈਗੀ ਹੈ ਉਹ ਰੇਂਜ ਹੈਗੀ ਨਹੀਂ ਕਿਉਂਕਿ ਉਹਦੇ ਵਿੱਚ ਐਲੀਮੈਂਟ ਹੀ ਨਹੀਂ ਹੈਗਾ ਤਾਂ ਆਪਾਂ ਲਵਾਂਗੇ ਨਹੀਂ। ਹੁਣ ਆਪਾਂ ਆਰਡਰ ਪੇਅਰ ਬਣਾ ਦਿੰਦੇ ਆ। 1 ਦੇ ਲਈ 2 ਹੈ, 2 ਦੇ ਲਈ 3 ਹੈ, 3 ਦੇ ਲਈ ਜਿਹੜਾ ਆਰਡਰ ਪੇਅਰ ਬਣ ਰਿਹਾ y ਐਲੀਮੈਂਟਸ ਬਣ ਰਹੇ ਨੇ ਉਹ 4 ਹੈ, ਤੇ ਫਿਰ ਆਪਣੇ ਕੋਲ 4 5 5 6 ਰਾਈਟ। ਆ ਆਪਣੇ ਕੋਲ ਆਰਡਰ ਪੇਅਰ ਆਫ ਐਲੀਮੈਂਟਸ ਆ ਗਏ। ਆ ਆਪਣੇ ਕੋਲ ਰਿਲੇਸ਼ਨ ਆ ਗਿਆ। ਇੱਕ ਦਾ ਰਿਲੇਸ਼ਨ 2 ਨਾਲ ਹੈ, 2 ਦਾ 3 ਦੇ ਨਾਲ ਹੈ, 3 ਦਾ 4 ਦੇ ਨਾਲ ਹੈ, 4 ਦਾ 5 ਨਾਲ, 5 ਦਾ 6 ਨਾਲ। ਲੇਕਿਨ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਆਰਡਰ ਪੇਅਰ ਆ ਰਿਹਾ ਹੈ ਉਹ A ਤੋਂ A ਤੱਕ ਦਾ ਹੀ ਆਣਾ ਚੱਲਿਆ। ਇਹਦਾ ਮਤਲਬ ਹੈ ਕਿ A ਦੇ ਐਲੀਮੈਂਟਸ ਲੈਣੇ ਆ, ਉਹਨਾਂ ਦੀ ਜਿਹੜੇ ਰੇਂਜਸ ਆ ਰਹੀਆਂ ਨੇ ਉਹ ਵੀ A ਵਿੱਚੋਂ ਹੀ ਆਣੀ ਚਾਹੀਦੀਆਂ, ਰਾਈਟ। ਆਪਾਂ ਇਹਨੂੰ ਗ੍ਰਾਫਿਕਲੀ ਬਣਾਉਂਦੇ ਆ ਕਿ ਇਸ ਰਿਲੇਸ਼ਨ ਨੂੰ ਆਪਾਂ ਐਰੋ ਡਾਇਗਰਾਮ ਦੇ ਨਾਲ ਜਾਂ ਗ੍ਰਾਫਿਕਲੀ ਆਪਾਂ ਇਹਨੂੰ ਕਿਵੇਂ ਡਿਨੋਟ ਕਰ ਸਕਦੇ ਆ। ਇਹਦੇ ਵਿੱਚ ਆਪਾਂ ਦੋ ਐਲਿਪਟਿਕ ਸਰਕਲ ਬਣਾਵਾਂਗੇ, ਠੀਕ। ਜੋ ਪਹਿਲਾ ਐਲਿਪਟਿਕ ਸਰਕਲ ਹੈ ਉਹ ਆਰਡਰ ਪੇਅਰ ਦੇ ਵਿੱਚ ਫਸਟ ਐਲੀਮੈਂਟ ਨੂੰ ਡਿਨੋਟ ਕਰਦਾ ਹੈ ਤੇ ਜਿਹੜਾ ਦੂਸਰਾ ਐਲਿਪਟਿਕ ਸਰਕਲ ਹੈ ਐਲਿਪਸ ਹੈ ਜੋ ਉਹ ਸੈਕਿੰਡ ਨੂੰ ਡਿਨੋਟ ਕਰਦੀ ਹੈ, ਠੀਕ ਹੈ। ਉਹ y ਦੇ ਐਲੀਮੈਂਟਸ ਨੂੰ ਡਿਨੋਟ ਕਰ ਰਹੀ ਹੈ। ਤੇ ਇੱਥੇ ਆਪਣੇ ਕੋਲ ਐਲੀਮੈਂਟਸ ਕੀ ਨੇ 1 2 3 4 5 ਐਂਡ 6। ਹੁਣ ਜਦੋਂ ਮੈਂ ਰੇਂਜਸ ਕੱਢ ਰਿਹਾ ਚਲੋ ਇੱਥੇ ਵੀ ਆਪਾਂ ਲਿਖ ਲੈਂਦੇ ਆ, ਹੈਨਾ। ਇਹ ਆਪਾਂ ਕਿਹੜੇ ਕਿਹੜੇ ਸੈੱਟ ਲੈ ਲਏ, ਆ ਵੀ A ਸੈੱਟ ਲੈ ਲਿਆ, ਆ ਵੀ A ਸੈੱਟ ਲੈ ਲਿਆ, ਕਿਉਂਕਿ ਰਿਲੇਸ਼ਨ ਆਪਾਂ A ਤੋਂ A ਦਾ ਲੈ ਰਹੇ ਹਾਂ ਨਾ। ਤਾਂ 4 5 6 ਚਲੋ ਫਸਟ ਦਾ ਰਿਲੇਸ਼ਨ ਕਿਹਦੇ ਨਾਲ ਬਣ ਰਿਹਾ ਹੈ, ਇਹਨੂੰ ਕਹਿੰਦੇ ਆਪਾਂ ਐਰੋ ਡਾਇਗਰਾਮ। ਜਾਂ ਇੱਥੇ ਐਰੋ ਪਾ ਦਿਓ ਚਾਹੇ ਇੱਧਰ ਪਾ ਦਿਓ। 2 ਦਾ 3 ਦੇ ਨਾਲ, 3 ਦਾ 4 ਦੇ ਨਾਲ, 4 5 ਦੇ ਨਾਲ ਰਿਲੇਸ਼ਨ ਹੈ, 5 ਦਾ 6 ਦੇ ਨਾਲ ਹੈ। ਇਧਰੋਂ ਆਪਣੇ ਕੋਲ 6 ਐਲੀਮੈਂਟ ਹੈ ਜਿਹਦਾ ਕੋਈ ਇਮੇਜ ਨਹੀਂ ਹੈਗੀ, ਓਕੇ, ਜਿਹਦੀ ਕੋਈ ਰੇਂਜ ਨਹੀਂ ਹੈਗੀ, ਓਕੇ। ਹੁਣ ਇੱਥੇ ਇੱਕ ਐਲੀਮੈਂਟ ਆਪਣੇ ਕੋਲ ਬਚਿਆ ਜਿਹਦਾ ਕੋਈ ਪ੍ਰੀ ਡੋਮੇਨ ਨਹੀਂ ਹੈਗੀ, ਰਾਈਟ। ਉਹ ਆਪਾਂ ਸੈਟਸ ਵਾਲੇ ਚੈਪਟਰ ਦੇ ਵਿੱਚ ਕੀਤਾ ਵੀ ਸੀਗਾ ਤੇ ਐਸੇ ਬੜਾ ਜਿਹੜਾ ਚੈਪਟਰ ਆਪਾਂ ਕਰ ਰਹੇ ਹਾਂ ਨਾ ਇਹ +2 ਵਾਲੇ ਕਲਾਸ ਦੇ ਵਿੱਚ ਵੀ ਯੂਜ਼ ਹੋਣਾ ਹੈ, ਤਾਂ ਇਸ ਕਰਕੇ ਬੜਾ ਧਿਆਨ ਨਾਲ ਕਰਿਓ ਇਹਨੂੰ। ਹੁਣ ਐਰੋ ਡਾਇਗਰਾਮ ਆਪਾਂ ਨੂੰ ਕੀ ਸ਼ੋ ਕਰ ਰਿਹਾ ਹੈ ਕਿ 1 ਦੀ ਇਮੇਜ 2 ਹੈ, 2 ਦੀ 3 ਹੈ, 3 ਦੀ 4, 4 ਦੀ 5, 5 ਦੀ 6, ਜੋ ਕਿ ਆਪਾਂ ਇੱਥੇ ਰਿਲੇਸ਼ਨ ਬਣਾਇਆ। ਹੁਣ ਆਪਾਂ ਡੋਮੇਨ ਦੇਖਦੇ ਹਾਂ। ਡੋਮੇਨ ਕਿਹੜੀ ਹੈ, ਡੋਮੇਨ ਆ ਹੋਗੀ। ਰੇਂਜ ਕਿਹੜੀ ਹੈ, ਚਲੋ ਪਹਿਲੇ ਡੋਮੇਨ ਦਾ ਸੈਟ ਆਪਾਂ ਦੇਖਦੇ ਹਾਂ, ਓਕੇ। डोमेन सेट अपने को की बनेगा 1 2 3 4 5 बनेगा अपने को 1 2 3 4 5 ओके। देखो अपा केवल वही एलिमेंट्स चूज करने हैं, वही एलिमेंट डोमेन बनने जाएंगे जिन्हां दी कोई ना कोई रेंज होएगी, राइट। तो रेंज सेट केड़ा बनया, फिर रेंज सेट भी लिख दो जिन्हां दी कोई ना कोई डोमेन है, राइट। तो की बनया फिर 2 3 4
5 6 ਇੱਕ ਦੀ ਕੋਈ ਪ੍ਰੀ ਡੋਮੇਨ ਨਹੀਂ ਹੈਗੀ है ना, तो एक एलिमेंट रेंज सेट दे विच नहीं आएगा। ओके, नाउ हुण आ गया कोडोमेन। कोडोमेन देखो डेफिनेशन की कहनी है कोडोमेन दी। कोडोमेन दी डेफिनेशन कह रही है कि होल सेट जो बी सेट है, ठीक है, वो सारे का सारा, तो कोडोमेन आवेगा सारा सेट 1 2 3 4 5 6। हुण तुसीं आप ही देख लो, आ फार्मूला जिहड़ा हैगा रेंज इज द सबसेट ऑफ कोडोमेन। रेंज ਦੇ ਵਿੱਚ ਕੇਵਲ 5 ਐਲੀਮੈਂਟਸ ਨੇ, ਕੋਡੋਮੇਨ ਦੇ ਵਿੱਚ 6 ਐਲੀਮੈਂਟਸ ਨੇ, ਤਾਂ ਰੇਂਜ ਜਿਹੜਾ ਹੈਗਾ ਉਹ ਕੋਡੋਮੇਨ ਦਾ ਸਬਸੈਟ ਹੈ, ਰਾਈਟ। ਕਈ ਵਾਰੀ ਰੇਂਜ ਔਰ ਕੋਡੋਮੇਨ ਬਰਾਬਰ ਹੀ ਹੋ ਸਕਦੇ ਨੇ, ਹੋ ਸਕਦਾ ਹੈ ਕਿ ਹਰ ਇੱਕ ਐਲੀਮੈਂਟ ਦੀ ਰੇਂਜ ਸੈੱਟ ਦੇ ਵਿੱਚ ਕੋਈ ਨਾ ਕੋਈ ਇਮੇਜ ਹੋਵੇ, ਤਾਂ ਫਿਰ ਪੂਰੇ ਦਾ ਪੂਰਾ ਸੈੱਟ ਵੀ ਹੋ ਸਕਦਾ ਹੈ। ਇਹਦਾ ਮਤਲਬ ਕੋਡੋਮੇਨ ਤੇ ਰੇਂਜ ਆਪਸ ਵਿੱਚ ਬਰਾਬਰ ਵੀ ਹੋ ਸਕਦੀ ਹੈ, ਠੀਕ, ਉਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਤਾਂ ਇੱਥੇ ਤੁਹਾਨੂੰ ਸਮਝ ਆ ਗਿਆ ਹੋਣਾ ਹੈ ਕਿ ਰੇਂਜ ਕਿਹੜਾ ਸੈੱਟ ਬਣਦਾ ਹੈ ਜਿਨ੍ਹਾਂ ਦੀ ਕੋਈ ਨਾ ਕੋਈ ਪ੍ਰੀ ਰੇਂਜ ਹੁੰਦੀ ਹੈ, ਪ੍ਰੀ ਡੋਮੇਨ ਹੁੰਦੀ ਹੈ, ਠੀਕ ਹੈ, ਡੋਮੇਨ ਵਾਲੇ ਐਲੀਮੈਂਟਸ ਦੀ। ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨਾ ਹੈ ਡੋਮੇਨ ਵਾਲੇ ਐਲੀਮੈਂਟਸ ਤੋਂ, ਔਰ ਰਿਲੇਸ਼ਨ ਨੂੰ ਸੈਟੀਸਫਾਈ ਕਰਦੇ ਹੋਏ ਆਪਾਂ ਰੇਂਜਸ ਕੱਢ ਲੈਣੀਆਂ ਨੇ। ਜਿਹੜੇ ਜਿਹੜੇ ਐਲੀਮੈਂਟਸ ਦੀ ਰੇਂਜ ਨਿਕਲੀ ਹੈ, ਜਿਹੜਿਆਂ ਦੀ ਨਿਕਲੀ ਹੈ ਉਹ ਡੋਮੇਨ, ਤੇ ਜਿਹੜੀਆਂ ਨਿਕਲੀਆਂ ਨੇ ਉਹ ਰੇਂਜ, ਤੇ ਪੂਰੇ ਦਾ ਪੂਰਾ ਸੈੱਟ ਜਿਹੜਾ ਸੈਕੰਡ ਸੈੱਟ ਹੈ ਦੈਟ ਇਜ਼ ਕੋਡੋਮੇਨ। ਓਕੇ, एक एग्जांपल ਆਪਾਂ ਹੋਰ ਲੈਣੇ ਆ ਇਹਦੇ ਵਿੱਚ। ਉਹ ਕਹਿ ਰਿਹਾ ਤੁਹਾਨੂੰ ਆ ਇੱਕ ਗ੍ਰਾਫਿਕਲ ਡਾਇਗਰਾਮ ਦਿੱਤਾ ਹੋਇਆ ਹੈ, ਐਰੋ ਡਾਇਗਰਾਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਔਰ ਇਹ ਕੋਈ ਨਾ ਕੋਈ ਰਿਲੇਸ਼ਨ ਨੂੰ ਡਿਨੋਟ ਕਰਦਾ ਹੈ। ਕਹਿੰਦਾ ਤੁਸੀਂ ਉਹ ਰਿਲੇਸ਼ਨ ਦੱਸਣਾ ਹੈ, ਰਾਈਟ ਦੈਟ ਰਿਲੇਸ਼ਨ। ਲਿਖਣਾ ਕਿਵੇਂ ਹੈ, ਉਹਨੂੰ ਸੈਟ ਬਿਲਡਰ ਫਾਰਮ 'ਚ ਲਿਖਣਾ ਹੈ, ਜਿਵੇਂ ਆਪਾਂ ਆ ਲਿਖਿਆ ਹੋਇਆ ਹੈ, ਦਿਸ ਇਜ਼ ਆਵਰ ਸੈਟ ਬਿਲਡਰ ਫਾਰਮ, ਔਰ ਉਹਦੇ ਐਲੀਮੈਂਟਸ ਨੂੰ ਤੁਸੀਂ ਰੋਸਟਰ ਫਾਰਮ 'ਚ ਲਿਖਣਾ ਹੈ, ਰੋਸਟਰ ਜਾਂ ਟੇਬਲਰ ਫਾਰਮ ਜੋ ਆਪਾਂ ਸੈਟਸ ਕੀਤੇ ਸੀਗੇ। ਰੋਸਟਰ ਫਾਰਮ ਕੀ ਹੁੰਦੀ ਹੈ ਕਿ ਐਕਚੁਅਲ ਐਲੀਮੈਂਟਸ ਨੂੰ ਆਪਾਂ ਉਹਦੇ ਵਿੱਚ ਲਿਖ ਕੇ ਦਿਖਾਉਂਦੇ ਹਾਂ, ਰਾਈਟ। ਤਾਂ ਹੁਣ ਆਪਾਂ ਪਹਿਲੇ ਤਾਂ ਇਸ ਰਿਲੇਸ਼ਨ ਨੂੰ ਆਪਾਂ ਡਿਫਾਈਨ ਕਰਦੇ ਹਾਂ ਸੈਟ ਬਿਲਡਰ ਫਾਰਮ ਦੇ ਵਿੱਚ। ਕੀ ਬਣੂਗਾ, ਸੋ ਵੀ ਹੈਵ ਰਿਲੇਸ਼ਨ ਆਰ ਸਚ ਦੈਟ ਵੀ ਹੈਵ ਆਰਡਰਡ ਪੇਅਰ ਆਫ ਐਲੀਮੈਂਟਸ, ਲੇਕਿਨ so R is a relation here which contains this ordered pair of elements x and y, और x और y एलिमेंट्स ਜਿਹੜੇ ਨੇ ਉਹਨਾਂ ਦੇ ਵਿੱਚ ਆ ਐਰੋ ਡਾਇਗਰਾਮ ਦੇ ਵਿੱਚ ਕੀ ਰਿਲੇਸ਼ਨ ਬਣਦਾ ਹੈ ਉਹ ਆਪਾਂ ਇੱਥੇ ਫਾਰਮੂਲਾ ਲਿਖਣਾ ਹੈ। ਇੱਥੇ x ਜਿਹੜਾ ਹੈ ਉਹ a ਨੂੰ p ਨੂੰ ਬਿਲੋਂਗ ਕਰਦਾ ਹੈ, ਵੀ ਹੈਵ ਹੇਅਰ p ਸੈਟ, ਔਰ ਜਿਹੜਾ y ਹੈ ਉਹ q ਨੂੰ ਬਿਲੋਂਗ ਕਰਦਾ ਹੈ, ਲੇਕਿਨ ਆਪਸ ਵਿੱਚ ਰਿਲੇਸ਼ਨ ਕੀ ਹੈ ਦੇਖੋ ਧਿਆਨ ਨਾਲ ਜਰਾ। ਇੱਧਰ ਜਿਹੜਾ 9 ਹੈ ਉਹਦਾ ਆਪਾਂ ਅੰਡਰਰੂਟ ਕਰੀਏ ਤਾਂ ਆਉਂਦਾ ਹੈ 3 ਆਉਂਦਾ ਹੈ, 4 ਦਾ ਅੰਡਰਰੂਟ ਕਰੀਏ ਤਾਂ 2 ਆਏਗਾ, 25 ਦਾ ਅੰਡਰਰੂਟ ਕਰੀਏ ਤਾਂ 5 ਆਏਗਾ। ਲੇਕਿਨ ਹੁਣ ਆਪਾਂ ਚਲੋ ਇਸ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਫਿਰ ਕੀ ਕਹਿ ਰਿਹਾ ਸੀਗਾ ਉਹ ਕਿ ਆ ਜਿਹੜਾ ਐਰੋ ਡਾਇਗਰਾਮ ਹੈ ਇਹ ਕਿਸੇ ਨਾ ਕਿਸੇ ਰਿਲੇਸ਼ਨ ਨੂੰ ਡਿਨੋਟ ਕਰਦਾ ਹੈ। ਇਸ ਐਰੋ ਡਾਇਗਰਾਮ ਦੇ ਵਿੱਚ ਆਪਾਂ ਨੂੰ ਦੋ ਸੈੱਟ ਦਿੱਤੇ ਨੇ, ਪਹਿਲੇ ਸੈੱਟ ਦੇ ਵਿੱਚ 3 ਐਲੀਮੈਂਟਸ ਨੇ, ਦੂਸਰੇ ਸੈੱਟ ਦੇ ਵਿੱਚ 7 ਐਲੀਮੈਂਟਸ ਨੇ। ਓਕੇ, ਤਾਂ ਉਹ ਕਹਿ ਰਿਹਾ ਆ ਜੋ ਐਰੋ ਡਾਇਗਰਾਮ ਜਿਸ ਰਿਲੇਸ਼ਨ ਨੂੰ ਬਣਾ ਰਿਹਾ ਹੈ ਉਸ ਰਿਲੇਸ਼ਨ ਨੂੰ ਤੁਸੀਂ ਲਿਖ ਕੇ ਦਿਖਾਓ। ਪਹਿਲੇ ਲਿਖਣਾ ਹੈ ਤੁਸੀਂ ਸੈਟ ਬਿਲਡਰ ਫਾਰਮ ਦੇ ਵਿੱਚ, ਔਰ ਸੈਕੰਡ ਲਿਖਣਾ ਤੁਸੀਂ ਰੋਸਟਰ ਫਾਰਮ ਦੇ ਵਿੱਚ। ਔਰ ਤੁਹਾਨੂੰ ਸੈਟਸ ਵਾਲੇ ਚੈਪਟਰ ਤੋਂ ਪਤਾ ਹੀ ਹੈ ਕਿ ਸੈਟ ਬਿਲਡਰ ਫਾਰਮ ਤੇ ਰੋਸਟਰ ਫਾਰਮ ਕਿਹੜੀਆਂ ਹੁੰਦੀਆਂ ਨੇ। ਓਕੇ, ਰੋਸਟਰ ਫਾਰਮ ਜਿਵੇਂ ਕਿ ਆ ਫਾਰਮੂਲਾ ਲਿਖਿਆ ਹੋਇਆ ਹੈ। ਓਕੇ, ਹੁਣ ਇਹਦੇ ਵਿੱਚ ਜਿਹੜੇ x ਆਪਾਂ ਐਲੀਮੈਂਟਸ ਲੈ ਰਹੇ ਹਾਂ ਉਹ ਫਸਟ ਸੈਟ ਤੋਂ ਲੈ ਰਹੇ ਹਾਂ, y ਜਿਹੜੇ ਨੇ ਉਹ ਸੈਕੰਡ ਸੈਟ ਤੋਂ ਨੇ, ਉਹਦੇ ਤੋਂ ਆਪਾਂ ਇੱਕ ਆਰਡਰਡ ਪੇਅਰ ਬਣਾ ਰਹੇ ਹਾਂ, ਇੱਕ ਰਿਲੇਸ਼ਨ ਬਣਾ ਰਹੇ ਹਾਂ। ਹੁਣ ਇਹ ਕਿਹੜੇ ਰਿਲੇਸ਼ਨ ਨੂੰ ਸੈਟੀਸਫਾਈ ਕਰਦਾ ਹੈ ਉਹ ਆਪਾਂ ਇੱਥੇ ਲਿਖਾਂਗੇ ਸੈਟ ਬਿਲਡਰ ਫਾਰਮ ਦੇ ਵਿੱਚ। ਦੇਖਿਆ ਜਾਵੇ ਤਾਂ 9 ਦਾ ਅੰਡਰਰੂਟ ਕਰੀਏ ਆਪਾਂ ਤਾਂ 3 ਤੇ -3 ਆ ਜਾਂਦਾ, 4 ਦਾ ਅੰਡਰਰੂਟ ਕਰੋਗੇ ਤਾਂ 2 ਔਰ -2, 25 ਦਾ ਕਰਾਂਗੇ ਤਾਂ -5 ਔਰ 5। ਜਾਂ ਤਾਂ ਤੁਸੀਂ ਇਹਨੂੰ ਆ ਲਿਖ ਸਕਦੇ ਹੋ the elements of y are the under root of x and plus minus here, या दूसरे तरीके से तुम भी लिख सकते हो the elements of या x elements are square of y elements। ठीक है, आगे अपने को एक फार्मूला ले लिया ਆਪਾਂ ਉਹਦੇ ਤੋਂ ਆਪਣੇ ਕੋਈ ਆਰਡਰ ਪੇਅਰ ਬਣਿਆ ਔਰ ਇੱਕ ਰਿਲੇਸ਼ਨ ਬਣਿਆ। ਦਿਸ ਇਜ਼ ਆਵਰ ਸੈਟ ਬਿਲਡਰ ਫਾਰਮ। ਹੁਣ ਤੁਸੀਂ ਦੇਖੋ ਧਿਆਨ ਨਾਲ, ਜੇ ਆਪਾਂ y ਵਾਲੇ ਐਲੀਮੈਂਟਸ ਦੀ ਆਪਾਂ ਸਕੁਅਰ ਕਰਦੇ ਆ ਤਾਂ ਆਪਣੇ ਕੋਲ 25 ਆ ਗਿਆ, -5 ਦਾ ਕਰਦੇ ਆ ਤਾਂ ਵੀ 25 ਹੈ, 3 ਦਾ ਕਰਦੇ ਆ 9 ਹੈ,
-3 ਦਾ ਕਰਦੇ ਆ ਤਾਂ ਵੀ 9 ਹੈ, -2 और 2 ਦਾ ਸਕੁਅਰ ਕਰਾਂਗੇ ਤਾਂ 4 ਆ ਜਾਏਗਾ। ਇਹ ਆਪਣੇ ਕੋਲ ਰੋਸਟਰ ਫਾਰਮ ਸੈਟ ਬਿਲਡਰ ਫਾਰਮ ਆ ਗਈ। ਹੁਣ ਆਪਾਂ ਕਰਦੇ ਆ ਕਿ ਐਸੇ ਰਿਲੇਸ਼ਨ ਨੂੰ ਆਪਾਂ एक्चुअल एलिमेंट्स लिख के दिखाने और दैट विल बी आवर रोस्टर फॉर्म। ओके, लेकिन लिखने नहीं है, पहले तुसी एक्स एलिमेंट लिखने हैं फिर वाई लिखने हैं। हुण 9 दे नाल एलिमेंट किहड़े-किहड़े ने? एक तो -3 है और एक है +3, ठीक है। 4 दे नाल एक -2 है और एक +2 है। 25 दे नाल एक -5 है और एक +5 है। सो दीज आर द एलिमेंट्स ऑफ द रिलेशन सेट, ठीक है। एक एलिमेंट है जिहदी कोई डोमेन वाले एलिमेंट्स नहीं है, ਉਹਦੇ ਕੋਈ x नहीं है, यानी कि अपना कोई ऑर्डर पेयर नहीं बनया। एक दे नाल कोई ऑर्डर पेयर नहीं है, एक किसी दे नाल भी रिलेटेड नहीं है, जो एस रिलेशन ਦੇ ਵਿੱਚ ਜੋ ਆਪਾਂ ਫਾਰਮੂਲਾ ਲਿਖਿਆ ਹੈ ਉਹਨੂੰ ਸੈਟੀਸਫਾਈ ਕਰਦਾ ਹੋਵੇ। ਇਸ ਕਰਕੇ ਇੱਕ ਨੂੰ ਆਪਾਂ ਛੱਡ ਦਿੱਤਾ। ਹੁਣ ਆਪਣੇ ਕੋਲ ਡੋਮੇਨ ਸੈੱਟ ਕਿਹੜਾ ਆਇਆ? ਡੋਮੇਨ ਸੈੱਟ ਦੇ ਵਿੱਚ ਆਪਣੇ ਕੋਲ ਐਲੀਮੈਂਟਸ ਕਿਹੜੇ ਹੋਏ? जो P ਦੇ एलिमेंट्स ने, यानी कि जिन्ना की कोई ना कोई रेंज आप कटी है। रेंज जिन्ना की कोई ना कोई डोमेन वाले एलिमेंट्स तो ऑर्डर पेयर बन रहा सी, यानी कि Y एलिमेंट्स वाले सेट। तो केड़ा आया? -2 माइनस, चलो 5 से शुरू करते हैं, -5 -3 -2, ओके, 2 3 5 ये आ गई अपने को रेंज। अच्छा, कोडोमेन की आई फिर? कोडोमेन इज द होल सेट क्यू, ठीक है, होल सेट क्यू जिदे विच वन एलिमेंट भी आ जाएगा। सो दिस इज another example we have here to understand the topic domain, range and codomain and relation। रिलेशन की ਹੁੰਦਾ ਹੈ, ਕਿਵੇਂ ਆਪਾਂ ਨੂੰ ਡਿਫਾਈਨ ਕਰ ਸਕਦੇ ਹਾਂ ਸੈਟ ਬਿਲਡਰ ਫਾਰਮ ਦੇ ਵਿੱਚ ਔਰ ਰੋਸਟਰ ਫਾਰਮ ਦੇ ਵਿੱਚ। ਇੰਪੋਰਟੈਂਟ ਤੁਹਾਨੂੰ ਮੈਂ ਫਾਰਮੂਲਾ ਦੱਸਾਂਗਾ, ਉਹਦੇ ਤੋਂ ਰਿਲੇਟਡ ਆਪਣੇ ਕੋਲ ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਹੁੰਦੇ ਨੇ ਉਹਦੇ ਵਿੱਚ ਉਹ ਕੁਐਸਚਨ ਆ ਜਾਂਦਾ ਹੁੰਦਾ ਹੈ। ਯੂ ਕੈਨ ਡਾਇਰੈਕਟ ਸੋਲਵ ਦੈਟ ਕੁਐਸਚਨ ਵਿਦ ਦ ਹੈਲਪ ਆਫ ਦਿਸ ਐਗਜ਼ਾਮਪਲ। ਤਾਂ ਕਹਿੰਦਾ ਅਗਰ ਇੱਕ ਸੈੱਟ ਦੇ ਵਿੱਚ ਨੰਬਰ ਆਫ ਐਲੀਮੈਂਟਸ p ਨੇ, ਦੂਸਰੇ ਸੈੱਟ ਦੇ ਵਿੱਚ ਨੰਬਰ ਆਫ ਐਲੀਮੈਂਟਸ q ਨੇ, ਤਾਂ ਉਹਨਾਂ ਦੀ ਜਿਹੜੀ ਕਾਰਟੀਜ਼ਨ ਪ੍ਰੋਡਕਟ ਹੈ ਉਹਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟਸ ਹੋਣਗੇ ਉਹਨਾਂ ਦੋਨਾਂ ਦੀ ਪ੍ਰੋਡਕਟ ਦੇ ਬਰਾਬਰ ਹੋਣਗੇ। ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਜਦੋਂ ਆਪਾਂ ਕਾਰਟੀਜ਼ਨ ਪ੍ਰੋਡਕਟ ਵਾਲਾ ਟੌਪਿਕ ਕੀਤਾ ਸੀ। ਨਵਾਂ ਕੀ ਹੈ ਇਹਦੇ ਵਿੱਚ ਕਿ ਤੁਹਾਡੇ ਕੋਲ ਅਗਰ ਕਾਰਟੀਜ਼ਨ ਪ੍ਰੋਡਕਟ ਦੇ ਨੰਬਰ ਆਫ ਐਲੀਮੈਂਟਸ ਪਤਾ ਲੱਗ ਜਾਂਦੇ ਨੇ ਤਾਂ ਉਹਦੇ ਥਰੂ ਆਪਾਂ ਨੂੰ ਨੰਬਰ ਆਫ ਰਿਲੇਸ਼ਨਸ ਵੀ ਪਤਾ ਲੱਗ ਜਾਂਦੇ ਨੇ ਕਿ ਉਹ ਦੋਨੋਂ ਸੈੱਟ ਮਿਲ ਕੇ ਕਿੰਨੇ ਰਿਲੇਸ਼ਨਸ ਆਪਾਂ ਨੂੰ ਬਣਾਉਣਗੇ ਫਰੋਮ A to B। ਤਾਂ ਨੰਬਰ ਆਫ ਰਿਲੇਸ਼ਨਸ ਕਿੰਨੇ ਹੋਣਗੇ? जो ਤੁਹਾਡੇ ਕੋਲ ਨੰਬਰ ਆਫ ਕਾਰਟੀਜ਼ਨ ਪ੍ਰੋਡਕਟ ਆ ਰਹੇ ਨੇ ਉਹਨਾਂ ਨੂੰ 2 ਦੀ ਪਾਵਰ ਕਰ ਦਿਓ, 2 ਪਾਵਰ that number, that is the total number in our Cartesian products, okay। ਔਰ ਇਹ ਦੇਖ ਲਓ ਆਪਾਂ ਜਦੋਂ ਕੀਤਾ ਸੀਗਾ ਪਾਵਰ ਸੈਟ, ਠੀਕ ਹੈ, ਸੈਟ ਵਾਲੇ ਉਹਦੇ ਚੈਪਟਰ ਦੇ ਵਿੱਚ, ਤਾਂ ਪਾਵਰ ਸੈਟ ਦੇ ਵਿੱਚ ਵੀ ਬਿਲਕੁਲ ਪਾਵਰ ਸੈਟ ਇਜ਼ ਵਾਟ? ਅ ਸੈਟ ਆਫ ਆਲ ਸਬਸੈਟਸ। ਤਾਂ ਜੋ ਆਪਾਂ ਸਬਸੈਟਸ ਬਣਾਉਂਦੇ ਹਾਂ ਕਿਸੇ ਸੈੱਟ ਦੇ, ਉਹਦੇ ਵਿੱਚ ਕਿੰਨੇ ਐਲੀਮੈਂਟਸ ਹੁੰਦੇ ਨੇ ਉਹ ਆਪਾਂ 2 ਦੀ ਪਾਵਰ ਕਰ ਲੈਂਦੇ ਆ, ਰਾਈਟ। ਇੱਥੇ ਵੀ ਬਿਲਕੁਲ ਉਹੀ ਹੈ ਕਿ ਟੋਟਲ ਨੰਬਰ ਆਫ ਰਿਲੇਸ਼ਨਸ ਇਜ਼ ਇਕੁਅਲ ਟੂ ਟੋਟਲ ਨੰਬਰ ਆਫ ਸਬਸੈਟਸ। ਤਾਂ ਕਿਵੇਂ ਕਰਦੇ ਆ? ਜਿੰਨਾ ਆਪਣਾ ਨੰਬਰ ਆ ਗਿਆ ਉਹਨੂੰ 2 ਦੀ ਪਾਵਰ ਕਰ ਦਾਂਗੇ। ਹੁਣ ਜਿਵੇਂ ਐਗਜ਼ਾਮਪਲ ਹੈ, ਇੱਕ ਸੈੱਟ ਦੇ ਵਿੱਚ ਐਲੀਮੈਂਟ ਨੇ 2 ਨੇ, 1 2, ਔਰ ਦੂਸਰੇ ਵਿੱਚ 3 4 ਨੇ, ਰਾਈਟ। ਤਾਂ नंबर ऑफ A ਦੇ एलिमेंट्स 2, नंबर ऑफ B ਦੇ एलिमेंट्स भी 2, ਇਹਨਾਂ ਦੇ ਕਾਰਟੀਜ਼ਨ ਪ੍ਰੋਡਕਟ ਦੇ ਐਲੀਮੈਂਟ ਕਿੰਨੇ ਹੋਣਗੇ? 2 क्रॉस 2 that is 4। the number of relations कितने होंगे? with above formula, number of relations, you know 2 the power कर दो बस, 2 power 4 16, right? that is also equal to number of subsets of this set। सेट केड़ा A क्रॉस B वाला कार्टेशियन प्रोडक्ट, ठीक है। जो ਆਪਾਂ ਕੀਤਾ ਉਹ ਸੀਗਾ ਕਾਰਟੀਜ਼ਨ ਪ੍ਰੋਡਕਟ ਕੀ ਹੁੰਦੇ ਨੇ, ਕਿਵੇਂ ਆਪਾਂ ਉਹਨਾਂ ਨੂੰ ਬਣਾ ਸਕਦੇ ਹਾਂ, ਕਿੰਨੇ ਉਹਦੇ ਵਿੱਚ ਐਲੀਮੈਂਟਸ ਹੁੰਦੇ ਨੇ, ਓਕੇ, ਐਟਸੈਟਰਾ ਐਟਸੈਟਰਾ। ਐਂਡ ਸੈਕੰਡ ਵੀ ਸਟਾਰਟਡ ਵਿਦ ਰਿਲੇਸ਼ਨਸ। ਦੇ ਵਿੱਚ ਆਪਾਂ ਡਿਫਾਈਨ ਕੀਤਾ ਕਿ ਰਿਲੇਸ਼ਨਸ ਦੇ ਆਪਾਂ ਕਿਵੇਂ ਲੱਭ ਸਕਦੇ ਹਾਂ, ਡੋਮੇਨ ਕਿਵੇਂ ਲੱਭ ਸਕਦੇ ਹਾਂ, ਉਹਦੀ ਰੇਂਜ ਆਪਾਂ ਕਿਵੇਂ ਲੋਕੇਟ ਕਰ ਸਕਦੇ ਹਾਂ, ਕੋਡੋਮੇਨ ਕੀ ਹੁੰਦੀ ਹੈ, ठीक। नंबर ऑफ रिलेशंस आप किवें फाइंड आउट कर सकते हैं, ये सब आप आज दे टॉपिक विच कीता है। सो दिस इज द एंड ऑफ द टॉपिक रिलेशन एंड कार्टेशियन प्रोडक्ट। नेक्स्ट टाइम वी स्टार्टेड विद फंक्शंस। इस चैनल ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ, शेयर करना है, सब्सक्राइब करना है। देखो जिन्ना ज्यादा तुम जल्दी तो जल्दी सब्सक्राइब करोगे ना,
ਇਹ ਉਹ ਸਟੂਡੈਂਟਸ ਦੇ ਕੋਲ ਜਲਦੀ ਪਹੁੰਚ ਜਾਏਗਾ, ਕਿਉਂਕਿ ਸਬਸਕ੍ਰਿਪਸ਼ਨ ਦਾ ਮਤਲਬ ਹੁੰਦਾ ਹੈ ਕਿ ਉਹ YouTube ਦੇ ਉੱਪਰ ਜਲਦੀ ਮੂਵਮੈਂਟ ਆਉਣ ਲੱਗ ਜਾਂਦੀ ਹੈ ਉਹਦੀ। ਤਾਂ ਜਿਹੜੇ ਸਟੂਡੈਂਟਸ ਨੂੰ ਰਿਐਲਿਟੀ ਵਿੱਚ ਟੌਪਿਕ ਦੀ ਜ਼ਰੂਰਤ ਹੈ, ਉਹਨਾਂ ਨੂੰ ਆਪਣੀ ਕਲਾਸ ਵਿੱਚ ਸਮਝ ਨਹੀਂ ਆ ਰਿਹਾ ਜਾਂ ਸਮਝ ਆਇਆ ਹੀ ਨਹੀਂ ਕਿਸੇ ਵੀ ਤਰ੍ਹਾਂ ਦਾ, ਤਾਂ ਉਹਨਾਂ ਕੋਲ ਇਹ ਅਪਰੋਚ ਬੜੀ ਜਲਦੀ ਹੋ ਜਾਏਗੀ ਸਬਸਕ੍ਰਿਪਸ਼ਨ ਦੇ ਨਾਲ। ਓਕੇ ਜੀ, ਸੋ ਮਿਲਦੇ ਹਾਂ ਨੈਕਸਟ ਟਾਈਮ ਟੂ ਸਟਾਰਟ ਵਿਦ ਫੰਕਸ਼ਨਸ।